ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ, ਭਾਗ 17ਵਾਂ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਹਿੰਦੂਵਾਦੀ ਵਿਆਖਿਆ ਨਾਲ ਹਿੰਦੂਵਾਦ ਨਾਲੋਂ ਸਿੱਖ ਧਰਮ ਦੀ ਅੱਡਰੀ ਪਛਾਣ ਦੇ ਦਾਅਵੇ ਦਾ ਆਪਣੇ ਆਪ ਖੰਡਨ ਹੋ ਜਾਂਦਾ ਹੈ। ਇਸ ਤਰ੍ਹਾਂ ਸਿੱਖ ਧਰਮ ਨੂੰ ਹਿੰਦੂਵਾਦ ਦੀ ਹੀ ਇੱਕ ਸ਼ਾਖਾ ਵਜੋਂ ਪੇਸ਼ ਕਰਕੇ ਇਸ ਦੀ ਸੁਤੰਤਰਤਾ ਹਸਤੀ ਨੂੰ ਮਲੀਆਮੇਟ ਕਰਨ ਦਾ ਕਾਰਜ ਆਸਾਨ ਹੋ ਜਾਂਦਾ ਹੈ। ਹਿੰਦੂ ਵਿਦਵਾਨਾਂ ਵੱਲੋਂ ਇੱਕ ਬਾਕਾਇਦਾ ਸੋਚੀ ਸਮਝੀ ਵਿਉਂਤ ਤਹਿਤ ਲੰਮੇ ਸਮੇਂ ਤੋਂ ਇਹ ਕੰਮ ਸਿਲਸਿਲੇਬੱਧ ਰੂਪ ਵਿੱਚ ਕੀਤਾ ਜਾ ਰਿਹਾ ਹੈ। ਗੋਕੁਲ ਚੰਦ ਨਾਰੰਗ ਨੇ ਸਿੱਖ ਧਰਮ ਬਾਰੇ ਆਪਣੀ ਪ੍ਰਸਿੱਧ ਕਿਤਾਬ ਟ੍ਰਾਂਸਫੋਰਮੇਸ਼ਨ ਆਫ ਸਿੱਖਿਜ਼ਮ ਦੇ ਆਸ਼ੇ ਨੂੰ ਮੁੱਖ ਰੱਖ ਕੇ ਲਿਖੀ ਸੀ। ਸਿੱਖ ਧਰਮ ਬਾਰੇ ਹਿੰਦੂ ਭਰਮ ਫੈਲਾਉਣ ਵਿੱਚ ਇਸ ਕਿਤਾਬ ਨੇ ਅਹਿਮ ਭੂਮਿਕਾ ਨਿਭਾਈ ਹੈ। ਖਾਸ ਕਰਕੇ ਖਾਲਸਾ ਪੰਥ ਦੀ ਸਾਜਨਾ ਦੇ ਉਦੇਸ਼ ਨੂੰ ਹਿੰਦੂ ਧਰਮ ਦੀ ਰੱਖਿਆ ਤੱਕ ਸੁੰਗੇੜਨ ਅਤੇ ਖਾਲਸਾ ਪੰਥ ਨੂੰ ਹਿੰਦੂ ਭਾਈਚਾਰੇ ਦਾ ਹੀ ਇੱਕ ਸੈਨਿਕ ਸੰਗਠਨ ਬਣਾ ਕੇ ਪੇਸ਼ ਕਰਨ ਵਿੱਚ ਇਸ ਪੁਸਤਕ ਨੇ ਉਚੇਚਾ ਯੋਗਦਾਨ ਪਾਇਆ ਹੈ। ਇਸ ਦੁਰਪ੍ਰਚਾਰ ਦਾ ਅਸਰ ਸਿਰਫ ਹਿੰਦੂ ਵਰਗ ਤੱਕ ਹੀ ਨਹੀਂ ਸੀਮਿਤ, ਖੁਦ ਸਿੱਖ ਪੰਥ ਦੇ ਵੱਡੇ ਹਿੱਸੇ ਵਿੱਚ ਇਸ ਦੇ ਮਾਰੂ ਪ੍ਰਭਾਵ ਹਨ। ਸਿੱਖ ਧਾਰਮਿਕ ਹਸਤੀਆਂ, ਪ੍ਰਚਾਰਕਾਂ, ਕਥਾਵਾਚਕਾਂ, ਰਾਗੀਆਂ, ਢਾਡੀਆਂ ਸਿੱਖ ਵਿਚਾਰਧਾਰਾ ਦੇ ਮੂਲ ਤੱਤ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਸਿੱਖ ਵਿਦਵਾਨਾਂ ਤੇ ਤੁੱਛ ਬੁੱਧੀ ਵਾਲੇ ਲਿਖਾਰੀਆਂ ਵੱਲੋਂ ਸਿੱਖ ਧਰਮ ਤੇ ਸਿੱਖ ਇਤਿਹਾਸ ਦੀ ਇਸ ਹਿੰਦੂਵਾਦੀ ਵਿਆਖਿਆ ਦੇ ਪ੍ਰਚਾਰ ਪ੍ਰਸਾਰ ਦਾ ਕਰਮ ਹਰ ਦਿਹਾੜੀ, ਹਰ ਘੜੀ ਤੇ ਹਰ ਪਲ ਵਿਆਪਕ ਪੈਮਾਨੇ ਤੇ ਚਲਾਇਆ ਜਾ ਰਿਹਾ ਹੈ। ਜੇਕਰ ਮਾਸਟਰ ਤਾਰਾ ਸਿੰਘ ਵਰਗਾ ਸਿੱਖ ਕੌਮ ਦਾ ਚੋਟੀ ਦਾ ਆਗੂ ਇੰਨੀ ਗੱਲ ਨਹੀਂ ਸਮਝ ਸਕਿਆ ਕਿ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਸਾਥੀ ਸਿੱਖਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਉਹ ਹਿੰਦੂ ਧਰਮ ਦੀ ਰਾਖੀ ਲਈ ਨਹੀਂ, ਬਲਕਿ ਹਿੰਦੂ ਧਰਮ ਵਿੱਚ ਵਿਸ਼ਵਾਸ ਰੱਖਣ ਦੇ ਹੱਕ ਦੀ ਰਾਖੀ ਲਈ ਸਨ, ਤਾਂ ਆਮ ਸਿੱਖ ਜਨਤਾ ਅੰਦਰ ਫੈਲੇ ਇਸ ਬੌਧਿਕ ਪ੍ਰਦੂਸ਼ਣ ਦਾ ਅਨੁਮਾਨ ਲਾਉਣਾ ਔਖਾ ਨਹੀਂ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਇਤਿਹਾਸਕ ਪ੍ਰਸੰਗ ਨਾਲੋਂ ਤੋੜ ਕੇ ਇਸ ਨੂੰ ਅਜੋਕੇ ਸਮੇਂ ਅੰਦਰ ਹਿੰਦੂ ਧਰਮ ਦੀ ਰੱਖਿਆ ਦੀ ਕੁਰਾਹੇ ਗ੍ਰਸੀ ਸੋਚ ਤੇ ਰਾਜਨੀਤੀ ਦੀ ਹਮਾਇਤ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰਨਾ ਕੋਈ ਮਾਮੂਲੀ ਰਾਜਨੀਤਿਕ ਭੁੱਲ ਨਹੀਂ, ਸਗੋਂ ਸਿੱਖ ਕੌਮ ਨੂੰ ਕੁਰਾਹੇ ਪਾਉਣ ਦਾ ਬੱਜਰ ਗੁਨਾਹ ਹੈ ਜਿਸ ਨੂੰ ਕਿਸੇ ਵੀ ਸੂਰਤ ਮਾਫ ਨਹੀਂ ਕੀਤਾ ਜਾ ਸਕਦਾ। ਇਸ ਗੱਲ ਨੂੰ ਸਮਝਣ ਲਈ ਬਹੁਤੀ ਤੀਖਣ ਬੁੱਧੀ ਦੀ ਲੋੜ ਨਹੀਂ ਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦੇਣ ਦਾ ਚੇਤੰਨ ਫੈਸਲਾ ਲਿਆ, ਉਸ ਵੇਲੇ ਹਿੰਦੂ ਵਰਗ ਇੱਕ ਹੁਕਮਰਾਨ ਤਾਕਤ ਨਹੀਂ ਸੀ, ਬਲਕਿ ਮੁਗਲ ਹਕੂਮਤ ਦੇ ਹੇਠ ਇੱਕ ਮਜ਼ਲੂਮ ਭਾਈਚਾਰਾ ਸੀ। ਜ਼ਰਾ ਕਿਆਸ ਕਰੋ ਕਿ ਜੇਕਰ ਉਦੋਂ ਵੀ ਹਿੰਦੂ ਇੱਕ ਹੁਕਮਰਾਨ ਤਾਕਤ ਹੁੰਦੇ ਅਤੇ ਉਹ ਮੁਸਲਮਾਨਾਂ ਨੂੰ ਹੜੱਪ ਕਰਨ ਲਈ ਤਤਪਰ ਹੁੰਦੇ, ਤਾਂ ਗੁਰੂ ਤੇਗ ਬਹਾਦਰ ਜੀ ਦਾ ਅਜਿਹੇ ਹਿੰਦੂ ਹੁਕਮਰਾਨਾਂ ਪ੍ਰਤੀ ਕੀ ਵਤੀਰਾ ਹੁੰਦਾ। ਐਨ ਸੰਭਵ ਹੀ ਕਿ ਗੁਰੂ ਜੀ ਨੂੰ ਇਸਲਾਮ ਧਰਮ ਵਿੱਚ ਵਿਸ਼ਵਾਸ ਰੱਖਣ ਦੇ ਹੱਕ ਦੀ ਰਾਖੀ ਲਈ ਸ਼ਹਾਦਤ ਦੇਣੀ ਪੈਂਦੀ। ਸੋ ਇਸੇ ਧਰਮ ਦੀ ਰੱਖਿਆ ਦਾ ਮਾਮਲਾ ਨਹੀਂ, ਕਿਸੇ ਧਰਮ ਦੀ ਰੱਖਿਆ ਦਾ ਮਾਮਲਾ ਨਹੀਂ ਸੀ ਇਹ, ਬਲਕਿ ਮਨੁੱਖੀ ਹੱਕਾਂ ਦੀ ਰਾਖੀ ਦਾ ਮਾਮਲਾ ਸੀ। ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹਾਦਤ ਦੇਣ ਦਾ ਇਤਿਹਾਸ ਅੰਦਰ ਇਹ ਪਹਿਲਾ ਮੌਕਾ ਸੀ। ਇਸ ਦੀ ਵਡੱਤਣ ਤੇ ਮਹਾਨਤਾ ਇਸੇ ਤੱਥ ਅੰਦਰ ਸਮੋਈ ਹੋਈ ਹੈ ਕਿਉਂਕਿ ਇਹ ਉਹ ਸਮਾਂ ਸੀ ਜਦੋਂ ਚਾਰੇ ਪਾਸੇ ਮੱਧ ਯੁੱਗ ਦਾ ਘੋਰ ਅੰਧਕਾਰ ਪਸਰਿਆ ਹੋਇਆ ਸੀ ਅਤੇ ਸੰਸਾਰ ਅੰਦਰ ਅਜੇ ਮਨੁੱਖੀ ਹੱਕਾਂ ਦਾ ਸੰਕਲਪ ਵੀ ਪੈਦਾ ਨਹੀਂ ਸੀ ਹੋਇਆ।
ਸੋ 1953 ਵਿੱਚ ਜਦ ਹਿੰਦੂ ਨਾ ਸਿਰਫ ਇੱਕ ਹੁਕਮਰਾਨ ਤਾਕਤ ਬਣੇ ਹੋਏ ਸਨ, ਸਗੋਂ ਸਿੱਖ ਕੌਮ ਨੂੰ ਦੁਬੇਲ ਬਣਾਉਣ ਲਈ ਪੂਰੇ ਹੱਠ ਤੇ ਜਨੂੰਨ ਨਾਲ ਸਿੱਖ ਦੁਸ਼ਮਣੀ ਦੇ ਰਾਹ ਤੇ ਅੱਗੇ ਵਧ ਰਹੇ ਸਨ। ਮਾਸਟਰ ਤਾਰਾ ਸਿੰਘ ਵੱਲੋਂ ਉਸ ਵੇਲੇ ਹਿੰਦੂ ਧਰਮ ਦੀ ਰੱਖਿਆ ਦਾ ਸਵਾਲ ਖੜਾ ਕਰਨਾ ਅਤੇ ਇਸ ਤੋਂ ਵੀ ਅੱਗੇ ਇਸ ਨੂੰ ਮੁੱਖ ਗੱਲ ਬਣਾਉਣਾ ਸਿੱਖ ਲੀਡਰਸ਼ਿਪ ਦੀ ਇੱਕ ਅਜਿਹੀ ਵਿਚਾਰਧਾਰਕ ਮਰਜ਼ ਵੱਲ ਇਸ਼ਾਰਾ ਕਰਦਾ ਹੈ ਜਿਸ ਨੇ ਸਿੱਖ ਕੌਮ ਨੂੰ ਪਿਛਲੀ ਲਗਭਗ 1.5 ਸਦੀ ਤੋਂ ਆਪਣੀ ਅਜਿਹੀ ਮਾਰੂ ਜਕੜ ਵਿੱਚ ਲਿਆ ਹੋਇਆ ਹੈ ਕਿ ਉਹ ਆਪਣੇ ਭਲੇ ਤੇ ਬੁਰੇ ਦੀ ਪਛਾਣ ਕਰ ਸਕਣ ਦੀ ਸੋਝੀ ਤੇ ਸਮਰੱਥਾ ਵੀ ਗਵਾ ਚੁੱਕੀ ਹੈ। ਇਸ ਮਰਜ਼ ਦਾ ਸੰਬੰਧ ਸਿਰਫ ਸਪਸ਼ਟ ਤੌਰ ਤੇ ਕੌਮੀ ਚੇਤਨਾ ਦੀ ਘਾਟ ਨਾਲ ਜਾ ਜੁੜਦਾ ਹੈ। ਸਿਰਲੇਖ ਕੌਮੀ ਸੋਝੀ ਬਨਾਮ ਮੱਧਯੁਗੀ ਚੇਤਨਾ। ਸਮਾਜਿਕ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਕੌਮੀ ਜਜ਼ਬੇ ਦੀ ਉਤਪਤੀ ਤੇ ਵਿਕਾਸ ਦਾ ਅਮਲ ਇੱਕ ਇਤਿਹਾਸਕ ਵਰਤਾਰਾ ਹੈ ਜੋ ਇਤਿਹਾਸ ਦੇ ਇੱਕ ਖਾਸ ਪੜਾਅ ਤੇ ਜਾ ਕੇ ਪੈਦਾ ਹੋਇਆ। ਮੱਧ ਯੁੱਗ ਦੇ ਮੁੱਢਲੇ ਦੌਰ ਤੱਕ ਕੌਮ ਅਤੇ ਕੌਮ ਪ੍ਰਸਤੀ ਦਾ ਕੋਈ ਸੰਕਲਪ ਪੈਦਾ ਨਹੀਂ ਸੀ ਹੋਇਆ। ਲੋਕਾਂ ਦੀ ਬੁਨਿਆਦੀ ਵਫਾਦਾਰੀ ਆਪਣੇ ਰਾਜੇ ਤੇ ਰਾਜਸ਼ਾਹੀ ਨਾਲ ਹੁੰਦੀ ਸੀ। ਪ੍ਰਜਾ ਅੰਦਰ ਆਪਣੇ ਰਾਜੇ ਤੇ ਉਸ ਦੇ ਰਾਜ ਦੀ ਰੱਖਿਆ ਨੂੰ ਆਪਣਾ ਪਰਮ ਧਰਮ ਸਮਝਣ ਦੀ ਸੋਚ ਤੇ ਭਾਵਨਾ ਵਿਕਸਿਤ ਕਰਨ ਦੇ ਯਤਨ ਕੀਤੇ ਜਾਂਦੇ ਸਨ। ਇਸ ਕਾਰਜ ਵਿੱਚ ਧਾਰਮਿਕ ਮੁਖੀਆਂ ਦਾ ਉਚੇਚਾ ਸਹਿਯੋਗ ਲਿਆ ਜਾਂਦਾ ਸੀ। ਉਦੋਂ ਦੇਸ਼ ਜਾਂ ਕੌਮ ਦਾ ਸੰਕਲਪ ਪੈਦਾ ਨਹੀਂ ਸੀ ਹੋਇਆ। ਇਸ ਕਰਕੇ ਦੇਸ਼ ਭਗਤੀ ਜਾਂ ਕੌਮ ਪ੍ਰਸਤੀ ਦੀ ਭਾਵਨਾ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਰਾਜ ਭਗਤੀ ਦਾ ਜਜ਼ਬਾ ਹੀ ਸਭ ਕੁਝ ਸੀ। ਇਸ ਨੂੰ ਜੇ ਕੋਈ ਚੀਜ਼ ਕੱਟ ਸਕਦੀ ਸੀ ਤਾਂ ਉਹ ਸਿਰਫ ਧਰਮ ਦਾ ਜਜ਼ਬਾ ਸੀ। ਪ੍ਰਜਾ ਦੇ ਧਾਰਮਿਕ ਵਿਸ਼ਵਾਸ ਰਾਜੇ ਤੇ ਉਸ ਦੇ ਰਾਜ ਪ੍ਰਤੀ ਵਫਾਦਾਰੀ ਨੂੰ ਗਹਿਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਰਾਜ ਦੀਆਂ ਹੱਦਾਂ ਸੰਬੰਧਿਤ ਰਾਜ ਦੀ ਅਤੇ ਗੁਆਂਢੀ ਰਾਜਾਂ ਦੀ ਸਥਿਤੀ ਤੇ ਤਾਕਤ ਦੇ ਆਪਸੀ ਤਵਾਜ਼ਨ ਅਨੁਸਾਰ ਫੈਲਰਦੀਆਂ ਸੁੰਗੜਦੀਆਂ ਰਹਿੰਦੀਆਂ ਹਨ। ਰਾਜ ਦੀਆਂ ਫੌਜਾਂ ਮਾਂਗਵੀ ਧਾੜ ਦੇ ਦਸਤੂਰ ਅਨੁਸਾਰ ਖੜੀਆਂ ਕੀਤੀਆਂ ਜਾਂਦੀਆਂ ਹਨ ਅਤੇ ਉਹਨਾਂ ਵੱਲੋਂ ਆਮ ਤੌਰ ਤੇ ਇਸ ਦਸਤੂਰ ਦੀ ਵਫਾਦਾਰੀ ਨਾਲ ਪਾਲਣਾ ਕੀਤੀ ਜਾਂਦੀ ਹੈ। ਇਤਿਹਾਸ ਅੰਦਰ ਮੱਧ ਯੁੱਗ ਦੀਆਂ ਸਭੇ ਜੰਗਾਂ ਦੌਰਾਨ ਧਰਮ ਅਤੇ ਰਾਜਨੀਤੀ ਦੇ ਜਜ਼ਬੇ ਨੇ ਨਿਰਣਾਇਕ ਭੂਮਿਕਾ ਨਿਭਾਈ ਹੈ। ਮੱਧ ਯੁੱਗ ਦੇ ਮਗਰਲੇ ਦੌਰ ਅੰਦਰ ਹਾਲਤ ਵਿੱਚ ਇੱਕ ਵੱਡੀ ਤੇ ਸਿਫਤੀ ਤਬਦੀਲੀ ਵਾਪਰਨੀ ਸ਼ੁਰੂ ਹੋਈ। ਲੋਕਾਂ ਅੰਦਰ ਆਪਣੀ ਜ਼ੁਬਾਨ, ਧਰਤੀ, ਵਿਰਾਸਤ, ਭਾਈਚਾਰੇ ਤੇ ਸੱਭਿਆਚਾਰ ਨਾਲ ਮੋਹ ਦੀਆਂ ਭਾਵਨਾਵਾਂ ਪ੍ਰਫੁੱਲਤ ਹੋਣ ਲੱਗੀਆਂ। ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਜ਼ਿੰਦਗੀ ਅੰਦਰ ਵੱਡੀਆਂ ਵਿਕਾਸਮੁਖੀ ਤਬਦੀਲੀਆਂ ਦੇ ਸਿਲਸਿਲੇ ਨਾਲ ਲੰਮੇ ਚਿਰਾਂ ਤੋਂ ਇੱਕ ਸਾਂਝੇ ਖੇਤਰ ਅੰਦਰ ਰਹਿੰਦੇ ਆ ਰਹੇ ਅਤੇ ਸਾਂਝੀ ਜ਼ੁਬਾਨ, ਸੱਭਿਆਚਾਰ, ਇਤਿਹਾਸ ਤੇ ਵਿਰਸੇ ਦੀਆਂ ਸਾਂਝੀਆਂ ਤੰਦਾਂ ਨਾਲ ਜੁੜੇ ਲੋਕਾਂ ਦੇ ਅਲੱਗ-ਅਲੱਗ ਕੌਮੀ ਭਾਈਚਾਰਿਆਂ ਦੇ ਰੂਪ ਵਿੱਚ ਜਥੇਬੰਦ ਹੋਣ ਦਾ ਅਮਲ ਅੱਗੇ ਵਧਿਆ। ਸਹਿਜੇ ਉਹਨਾਂ ਦੀਆਂ ਅਲੱਗ-ਅਲੱਗ ਕੌਮੀ ਹਸਤੀਆਂ ਉੱਭਰ ਆਈਆਂ। ਲੋਕਾਂ ਦੇ ਮਨਾਂ ਉੱਤੋਂ ਮੱਧਯੁਗੀ ਚੇਤਨਾ ਦੀਆਂ ਪੇਪੜੀਆਂ ਉਤਰਨ ਲੱਗੀਆਂ ਅਤੇ ਰਾਜ ਭਗਤੀ ਦੇ ਜਜ਼ਬੇ ਦੀ ਜਗ੍ਹਾ ਕੌਮੀ ਸੋਝੀ ਤੇ ਭਾਵਨਾ ਪ੍ਰਫੁੱਲਤ ਹੋਣ ਲੱਗੀ। ਆਪਣੇ ਕੌਮੀ ਹਿੱਤਾਂ ਦਾ ਵਿਚਾਰ ਤੇ ਗਿਆਨ ਪੈਦਾ ਹੋਣ ਨਾਲ ਇਤਿਹਾਸ ਅੰਦਰ ਪਹਿਲੀ ਵਾਰ ਲੋਕ ਹਰ ਮਸਲੇ ਨੂੰ ਆਪਣੇ ਕੌਮੀ ਹਿੱਤਾਂ ਦੇ ਨੁਕਤਾ ਨਜ਼ਰ ਤੋਂ ਦੇਖਣ ਲੱਗੇ। ਕਿਉਂ ਰਾਜੇ ਤੇ ਰਾਜਸ਼ਾਹੀ ਨਾਲ ਵਫਾਦਾਰੀ ਦੀ ਜਗ੍ਹਾ ਕੌਮੀ ਹਿੱਤਾਂ ਦੀ ਸੋਚ ਨੇ ਲੈ ਲਈ। ਅਰਥਾਤ ਰਾਜਿਆਂ ਦੀਆਂ ਜੰਗਾਂ ਵਿੱਚ ਬਿਨਾਂ ਸੋਚੇ ਸਮਝੇ ਤੋਪਾਂ ਦਾ ਬਾਲਣ ਬਣਨ ਦੀ ਥਾਂ ਜਨਤਾ ਅੰਦਰ ਆਪਣੇ ਕੌਮੀ ਹਿੱਤਾਂ ਦੀ ਦ੍ਰਿਸ਼ਟੀ ਤੋਂ ਸੋਚਣ ਦਾ ਰੁਝਾਨ ਪੈਦਾ ਹੋਇਆ। ਇਸ ਆਧਾਰ ਤੇ ਜਾਇਜ਼ ਅਤੇ ਨਾਜਾਇਜ਼ ਅਮਲਾਂ ਵਿੱਚ ਨਿਖੇੜਾ ਹੋਣ ਲੱਗਾ। ਹੱਕੀ ਤੇ ਨਿਹੱਕੀ ਜੰਗ 'ਚ ਪਛਾਣ ਅਤੇ ਨਿਖੇੜਾ ਕੀਤਾ ਜਾਣ ਲੱਗਾ। ਠੀਕ ਅਤੇ ਗਲਤ ਕੁਰਬਾਨੀਆਂ ਵਿੱਚ ਵਖਰੇਵਾਂ ਕੀਤਾ ਜਾਣ ਲੱਗਾ। ਜਿਸ ਦੀ ਲਾਠੀ ਉਸ ਦੀ ਭੈਂਸ ਵਾਲੇ ਮੱਧਯੁਗੀ ਦਸਤੂਰ ਪ੍ਰਤੀ ਸ਼ੰਕੇ ਅਤੇ ਪ੍ਰਸ਼ਨ ਪੈਦਾ ਹੋਣ ਲੱਗੇ।
ਕੌਮੀ ਰਾਜਾਂ ਦੀਆਂ ਹੱਦਾਂ ਇੱਕ ਨਿਸ਼ਚਿਤ ਅਸੂਲ ਤੇ ਮਰਿਆਦਾ ਅਨੁਸਾਰ ਤੈਅ ਹੋਣ ਲੱਗੀਆਂ। ਕੌਮੀ ਰਾਜਾਂ ਦੀਆਂ ਹਥਿਆਰਬੰਦ ਫੌਜਾਂ ਅੰਦਰ ਮਾਨਵੀ ਧਾੜ ਵਾਲੀ ਬਿਰਤੀ ਦੀ ਥਾਂ ਕੌਮੀ ਸੋਚ ਤੇ ਭਾਵਨਾ ਨੇ ਲੈਣੀ ਸ਼ੁਰੂ ਕਰ ਦਿੱਤੀ। ਯੂਰਪ ਅੰਦਰ ਅਤੇ ਖਾਸ ਕਰਕੇ ਇਸ ਦੇ ਪੱਛਮੀ ਭਾਗ ਅੰਦਰ, ਕਿਉਂਕਿ ਹਰ ਕੌਮ ਨੇ ਆਪੋ ਆਪਣੇ ਆਜ਼ਾਦ ਕੌਮੀ ਰਾਜ ਸਥਾਪਿਤ ਕਰ ਲਏ ਸਨ, ਇਸ ਕਰਕੇ ਇਕਹਿਰੀ ਕੌਮ ਤੇ ਆਧਾਰਿਤ ਇਹਨਾਂ ਰਾਜਾਂ ਅੰਦਰ ਦੇਸ਼ ਭਗਤੀ ਤੇ ਕੌਮ ਪ੍ਰਸਤੀ ਦੀਆਂ ਟਰਮਾਂ ਸਾਮਰਥੀ ਹੋ ਨਿਬੜੀਆਂ। ਪਰ ਪੂਰਬ ਦੇ ਬਹੁਤੇ ਦੇਸ਼ਾਂ ਅੰਦਰ ਇੱਥੇ ਇੱਕ ਤੋਂ ਬਹੁਤੀਆਂ ਕੌਮਾਂ ਨੂੰ ਇੱਕੋ ਸਾਂਝੇ ਰਾਜ ਅੰਦਰ ਨਰੜ ਕੇ ਰੱਖਿਆ ਹੋਇਆ ਸੀ। ਦੇਸ਼ ਭਗਤੀ ਤੇ ਕੌਮ ਪ੍ਰਸਤੀ ਤੋਂ ਅਲੱਗ-ਅਲੱਗ ਗੱਲਾਂ ਸਨ। ਇੱਕ ਬਹੁ ਕੌਮੀ ਰਾਜ ਅੰਦਰ ਗਾਲਬ ਕੌਮ ਤੇ ਮਹਿਕੂਮ ਕੌਮ ਜਾਂ ਕੌਮਾਂ ਇੱਕ ਬਹੁ ਕੌਮੀ ਰਾਜ ਅੰਦਰ ਗਾਲਬ ਕੌਮ ਤੇ ਮਹਿਕੂਮ ਕੌਮ ਜਾਂ ਕੌਮਾਂ ਦੇ ਹਿੱਤ ਇੱਕ ਸਮਾਨ ਨਹੀਂ ਹੋ ਸਕਦੇ। ਦੋਨਾਂ ਦੇ ਹਿੱਤਾਂ ਤੇ ਨਜ਼ਰੀਏ ਵਿੱਚ ਬੁਨਿਆਦੀ ਪਾੜਾ ਹੁੰਦਾ ਹੈ। ਗਾਲਬ ਕੌਮ ਦੀ ਰੁਚੀ ਦੇਸ਼ ਦੇ ਕਾਇਮ ਮੁਕਾਮ ਢਾਂਚੇ ਅਤੇ ਸਰੂਪ ਨੂੰ ਬਰਕਰਾਰ ਰੱਖਣ ਵਿੱਚ ਹੁੰਦੀ ਹੈ, ਕਿਉਂ ਜੋ ਇਹ ਢਾਂਚਾ ਉਸ ਨੂੰ ਦੇਸ਼ ਅੰਦਰਲੀਆਂ ਦੂਸਰੀਆਂ ਮਜ਼ਲੂਮ ਕੌਮਾਂ ਉੱਤੇ ਕਾਠੀ ਪਾ ਕੇ ਰੱਖਣ ਵਿੱਚ ਸਹਾਈ ਹੁੰਦਾ ਹੈ। ਇਸ ਦੇ ਉਲਟ ਮਹਿਕੂਮ ਕੌਮਾਂ ਦੇ ਹਿੱਤ ਇਸ ਢਾਂਚੇ ਨੂੰ ਜਾਂ ਤਾਂ ਪੂਰੀ ਤਰ੍ਹਾਂ ਤਹਿਸ਼-ਨਹਿਸ਼ ਕਰ ਸੁੱਟਣ ਜਾਂ ਫਿਰ ਇਸ ਵਿੱਚ ਭਾਰੀ ਰੱਦੋ-ਬਦਲ ਲਿਆਉਣ ਦੀ ਮੰਗ ਕਰਦੇ ਹਨ, ਜਿਸ ਨਾਲ ਉਹ ਗਾਲਬ ਕੌਮ ਦੀ ਗੁਲਾਮੀ ਤੋਂ ਨਿਜਾਤ ਹਾਸਲ ਕਰ ਸਕਣ। ਇਸ ਤਰ੍ਹਾਂ ਦੇਸ਼ ਦੇ ਕਾਇਮ ਮੁਕਾਮ ਢਾਂਚੇ ਦੀ ਰੱਖਿਆ ਕਰਨਾ ਗਾਲਬ ਕੌਮ ਦਾ ਦੇਸ਼ ਭਗਤ ਕਰਤੱਵ ਹੋ ਜਾਂਦਾ ਹੈ, ਜਦ ਕਿ ਇਸ ਢਾਂਚੇ ਦੀਆਂ ਚੂੜਾਂ ਉਖੇੜ ਸੁੱਟਣੀਆਂ ਮਹਿਕੂਮ ਕੌਮਾਂ ਦੀ ਪਹਿਲੀ ਲੋੜ ਬਣ ਜਾਂਦੀ ਹੈ। ਮਹਿਕੂਮ ਕੌਮਾਂ ਦੇ ਲੋਕਾਂ ਦੀ ਉਹਨਾਂ ਦੀ ਗੁਲਾਮੀ ਦਾ ਸੰਦ ਬਣੇ ਇਸ ਢਾਂਚੇ ਦੀ ਰੱਖਿਆ ਕਰਨ ਵਿੱਚ ਕੋਈ ਰੁਚੀ ਨਹੀਂ ਹੋ ਸਕਦੀ, ਹੋਣੀ ਵੀ ਨਹੀਂ ਚਾਹੀਦੀ। ਮਹਿਕੂਮ ਕੌਮਾਂ ਦੀ ਜਨਤਾ ਜੇਕਰ ਉਸ ਦੀ ਆਪਣੀ ਹੀ ਗੁਲਾਮੀ ਦੇ ਇਸ ਸੰਦ ਦੀ ਰੱਖਿਆ ਕਰਕੇ ਇਸ ਨੂੰ ਮਜ਼ਬੂਤੀ ਬਖਸ਼ਦੀ ਹੈ, ਤਾਂ ਉਹ ਆਪਣੀ ਹੀ ਗਰਦਨ ਦੁਆਲੇ ਫਾਂਸੀ ਦਾ ਰੱਸਾ ਕੱਸਣ ਦਾ ਸਵੈ ਵਿਨਾਸ਼ਕਾਰੀ ਕਰਮ ਕਰ ਰਹੀ ਹੁੰਦੀ ਹੈ। ਜਿਵੇਂ ਗਾਲਬ ਕੌਮ ਤੇ ਮਹਿਕੂਮ ਕੌਮ ਦੇ ਹਿੱਤ ਇੱਕ ਸਮਾਨ ਨਹੀਂ ਹੁੰਦੇ, ਉਸੇ ਤਰ੍ਹਾਂ ਉਹਨਾਂ ਦੇ ਫਰਜ਼ ਵੀ ਇੱਕ ਸਮਾਨ ਨਹੀਂ ਹੋ ਸਕਦੇ। ਇੱਕ ਲਈ ਜੋ ਪੁੰਨ ਹੈ, ਦੂਜੇ ਲਈ ਉਹ ਪਾਪ ਹੈ। ਇੱਕ ਲਈ ਉਹ ਪਵਿੱਤਰ ਹੈ, ਦੂਜੇ ਲਈ ਉਹ ਦੂਸ਼ਿਤ ਹੈ। ਜਿੱਥੇ ਮਹਿਕੂਮ ਕੌਮ ਵੱਲੋਂ ਆਪਣੀ ਆਜ਼ਾਦੀ ਲਈ ਲੜਨਾ ਉਸ ਦਾ ਕੌਮੀ ਫਰਜ਼ ਤੇ ਪਵਿੱਤਰ ਕਰਮ ਹੁੰਦਾ ਹੈ, ਉਥੇ ਗਾਲਬ ਕੌਮ ਦੀਆਂ ਨਜ਼ਰਾਂ 'ਚ ਇੱਕ ਹੋਰ ਅਪਰਾਧ ਹੈ। ਗਾਲਬ ਧਿਰ ਦੀ ਕੌਮ ਪ੍ਰਸਤੀ ਤੇ ਮਜ਼ਲੂਮ ਧਿਰ ਦੀ ਕੌਮ ਪ੍ਰਸਤੀ ਵਿਚਕਾਰ ਵੱਡਾ ਵਖਰੇਵਾਂ ਹੁੰਦਾ ਹੈ। ਕਾਇਮ ਮੁਕਾਮ ਢਾਂਚੇ ਦੀ ਮਜ਼ਬੂਤੀ ਤੇ ਰੱਖਿਆ ਲਈ ਗਾਲਬ ਕੌਮ ਦਾ ਯਤਨ ਇਹ ਹੁੰਦਾ ਹੈ ਕਿ ਦੇਸ਼ ਦੀ ਸਮੁੱਚੀ ਜਨਤਾ ਅੰਦਰ ਸਮੇਤ ਮਹਿਕੂਮ ਕੌਮਾਂ ਦੇ ਦੇਸ਼ ਦੀ ਰੱਖਿਆ ਦਾ ਜਜ਼ਬਾ ਪ੍ਰਫੁੱਲਤ ਕੀਤਾ ਜਾਵੇ। ਇਸ ਉਦੇਸ਼ ਲਈ ਉਸ ਵੱਲੋਂ ਇਸ ਨੂੰ ਪਵਿੱਤਰ ਫਰਜ਼, ਪਵਿੱਤਰ ਜਜ਼ਬਾ ਤੇ ਪਵਿੱਤਰ ਕਰਮ ਕਹਿ ਕੇ ਉਚਾਇਆ ਜਾਂਦਾ ਹੈ। ਆਮ ਜਨਤਾ ਅੰਦਰ ਦੇਸ਼ ਪ੍ਰਤੀ ਵਫਾਦਾਰੀ ਬਾਰੇ ਗਲਤ ਵਿਚਾਰ ਤੇ ਭਾਵਨਾਵਾਂ ਦਾ ਪ੍ਰਸਾਰ ਕੀਤਾ ਜਾਂਦਾ ਹੈ। ਗਾਲਬ ਕੌਮ ਅੰਦਰਲੇ ਹੁਕਮਰਾਨ ਵਰਗ ਦਾ ਸਾਰਾ ਯਤਨ ਹੁੰਦਾ ਹੈ ਕਿ ਮਹਿਕੂਮ ਕੌਮ ਦੇ ਲੋਕਾਂ ਅੰਦਰ ਕੌਮੀ ਚੇਤਨਾ ਦੇ ਵਿਕਾਸ ਨੂੰ ਮੂੰਦਾ ਲਾ ਦਿੱਤਾ ਜਾਵੇ। ਇਸ ਮੰਤਵ ਲਈ ਉਸ ਵੱਲੋਂ ਮਹਿਕੂਮ ਕੌਮ ਦੀ ਜਨਤਾ ਅੰਦਰ ਗੁੰਮਰਾਹ ਕਰੂ ਵਿਚਾਰਾਂ ਤੇ ਧਾਰਨਾਵਾਂ ਦੇ ਪ੍ਰਚਾਰ ਪ੍ਰਸਾਰ ਦੇ ਉਚੇਚੇ ਯਤਨ ਕੀਤੇ ਜਾਂਦੇ ਹਨ। ਮਹਿਕੂਮ ਕੌਮਾਂ ਦੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨਾ ਇਸ ਰਣਨੀਤੀ ਦਾ ਅਹਿਮ ਹਿੱਸਾ ਹੁੰਦਾ ਹੈ। ਮਹਿਕੂਮ ਕੌਮ ਦੇ ਲੋਕਾਂ ਦੀ ਬੁੱਧੀ ਭ੍ਰਿਸ਼ਟ ਕਰਨ ਲਈ ਇਸ ਕਾਰਜ ਵਿੱਚ ਕਾਬਲ ਵਿਦਵਾਨਾਂ ਦੀਆਂ ਉਚੇਚੀਆਂ ਸੇਵਾਵਾਂ ਹਾਸਲ ਕੀਤੀਆਂ ਜਾਂਦੀਆਂ ਹਨ। ਖੁਦ ਮਹਿਕੂਮ ਕੌਮਾਂ ਦੇ ਵਿਦਵਾਨਾਂ ਤੇ ਲਿਖਾਰੀਆਂ ਨੂੰ ਇਸ ਬਦਕਾਰ ਧੰਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਚੈਕੋਸਲੋਵਾਕੀਆ, ਜੋ ਹੁਣ ਦੋ ਅਲੱਗ-ਅਲੱਗ ਅਤੇ ਆਜ਼ਾਦ ਕੌਮੀ ਰਾਜਾਂ 'ਚ ਤਬਦੀਲ ਹੋ ਚੁੱਕਾ ਹੈ, ਦਾ ਇੱਕ ਪ੍ਰਤਿਭਾਵਾਨ ਲੇਖਕ ਮਿਲਾਨ ਕੁੰਦੇਰਾ ਗਾਲਬ ਕੌਮਾਂ ਦੇ ਇਸ ਘਿਨਾਉਣੇ ਕਰਮ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ
ਕਿ ਕੌਮ ਨੂੰ ਨੇਸ ਤੋਂ ਨਾਬੂਦ ਕਰਨ ਦਾ ਪਹਿਲਾ ਕਦਮ ਉਸ ਦੀ ਯਾਦਾਸ਼ਤ ਨੂੰ ਮੇਸ ਸੁੱਟਣਾ ਹੁੰਦਾ ਹੈ। ਉਸ ਦੀਆਂ ਕਿਤਾਬਾਂ, ਉਸ ਦੇ ਸੱਭਿਆਚਾਰ, ਉਸ ਦੇ ਇਤਿਹਾਸ ਨੂੰ ਉਜਾੜ ਦਿਓ। ਫਿਰ ਕਿਸੇ ਕੋਲੋਂ ਨਵੀਆਂ ਕਿਤਾਬਾਂ ਲਿਖਵਾ ਲਓ, ਨਵਾਂ ਸੱਭਿਆਚਾਰ ਘੜ ਲਓ, ਇੱਕ ਨਵਾਂ ਇਤਿਹਾਸ ਈਜਾਦ ਕਰ ਲਵੋ। ਕੁਝ ਚਿਰ ਬਾਅਦ ਉਹ ਕੌਮ ਆਪੇ ਇਹ ਗੱਲ ਭੁੱਲ ਜਾਵੇਗੀ ਕਿ ਉਹ ਕੀ ਹੈ ਤੇ ਕੀ ਸੀ। ਮਨੁੱਖ ਦੀ ਸੱਤਾ ਦੇ ਖਿਲਾਫ ਜਦੋਜਹਿਦ ਯਾਦਾਸ਼ਤ ਦੀ ਭੁਲਾ ਜਾਣ ਦੇ ਖਿਲਾਫ ਜਦੋਜਹਿਦ ਹੈ। ਸਿਰਲੇਖ ਚੇਤਨਾ ਦੀ ਘਾਟ ਇੱਕ ਦੀਰਘ ਰੋਗ। ਦੀਰਘ ਦਾ ਭਾਵ ਹੁੰਦਾ ਹੈ ਲੰਮਾ, ਇੱਕ ਲੰਮਾ ਰੋਗ। ਉਪਰੋਕਤ ਚਰਚਾ ਦੀ ਰੌਸ਼ਨੀ ਵਿੱਚ ਦੇਖਿਆ ਸਿੱਖ ਲੀਡਰਸ਼ਿਪ ਦੀ ਅਤੇ ਆਮ ਰੂਪ ਵਿੱਚ ਸਮੁੱਚੇ ਸਿੱਖ ਭਾਈਚਾਰੇ ਦੀ ਕੌਮੀ ਚੇਤਨਾ ਦੀ ਮੰਦੀ ਦਸ਼ਾ ਆਪਣੇ ਮੂੰਹੋਂ ਆਪ ਬੋਲਦੀ ਸੁਣੀ ਜਾ ਸਕਦੀ ਹੈ। ਕੌਮੀ ਚੇਤਨਾ ਦੀ ਜੋ ਆਮ ਤਸਵੀਰ ਉੱਪਰ ਖਿੱਚੀ ਗਈ ਹੈ, ਉਹ ਬਿਨਾਂ ਸ਼ੱਕ ਇੱਕ ਆਦਰਸ਼ ਹਾਲਤ ਨੂੰ ਰੂਪਮਾਨ ਕਰਦੀ ਹੈ। ਆਮ ਹਕੀਕਤ ਤੇ ਆਦਰਸ਼ਕ ਹਾਲਤ ਵਿੱਚ ਹਮੇਸ਼ਾ ਹੀ ਪਾੜਾ ਰਹਿੰਦਾ ਹੈ, ਪਰ ਸਿੱਖ ਕੌਮ ਦੇ ਮਾਮਲੇ ਵਿੱਚ ਇਹ ਪਾੜਾ ਇੰਨਾ ਵੱਡਾ ਹੈ ਕਿ ਕਈ ਪੱਖਾਂ ਤੋਂ ਸਿੱਖ ਕੌਮ ਅਜੇ ਮੱਧਯੁਗੀ ਚੇਤਨਾ ਦੀ ਅਵਸਥਾ ਤੇ ਹੀ ਅਟਕੀ ਪ੍ਰਤੀਤ ਹੁੰਦੀ ਹੈ। ਸਿੱਖ ਜਨਤਾ ਦੇ ਭਾਰਤੀ ਰਾਜ ਤੇ ਦੇਸ਼ ਪ੍ਰਤੀ ਵਫਾਦਾਰੀ ਦੇ ਜਜ਼ਬੇ 'ਚ ਕੌਮੀ ਚੇਤਨਾ ਦਾ ਕੋਈ ਮਾਮੂਲੀ ਜਿਹਾ ਵੀ ਅੰਸ਼ ਦਿਖਾਈ ਨਹੀਂ ਦਿੰਦਾ। ਸਿੱਖ ਆਗੂ ਜਦ ਬਰਤਾਨਵੀ ਹਾਕਮਾਂ ਕੋਲੋਂ ਇਨਸਾਫ ਦੀ ਮੰਗ ਕਰਦੇ ਸਨ ਤਾਂ ਉਹਨਾਂ ਦੀ ਪ੍ਰਮੁੱਖ ਦਲੀਲ ਇਹ ਸੀ ਕਿ ਸਿੱਖਾਂ ਨੂੰ ਉਹਨਾਂ ਦੀ ਬਰਤਾਨਵੀ ਰਾਜ ਪ੍ਰਤੀ ਵਫਾਦਾਰੀ ਤੇ ਸੇਵਾ ਦਾ ਬਣਦਾ ਮੁੱਲ ਤਾਰਿਆ ਜਾਵੇ। ਆਮ ਦਸਤੂਰ ਇਹ ਹੈ ਕਿ ਕੋਈ ਵੀ ਮਜ਼ਲੂਮ ਕੌਮ ਜਦ ਆਪਣੇ ਹੱਕਾਂ ਦੀ ਗੱਲ ਕਰਦੀ ਹੈ ਤਾਂ ਉਹ ਇੱਕ ਸਵੈ ਚੇਤਨ ਕੌਮ ਹੋਣ ਦੇ ਨਾਤੇ ਆਪਣੇ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦੇ ਸੁਤੰਤਰ ਅਧਿਕਾਰ ਨੂੰ ਬੁਲੰਦ ਕਰਨ ਦੇ ਅਸੂਲੀ ਪੈਂਤੜੇ ਦਾ ਸਹਾਰਾ ਲੈਂਦੀ ਹੈ। ਆਜ਼ਾਦ ਫਿਜ਼ਾ ਭਾਵ ਕਿ ਹਵਾ, ਆਜ਼ਾਦੀ ਦੀ ਹਵਾ। ਕੋਈ ਕੌਮ ਵੱਡੀ ਹੋਵੇ ਜਾਂ ਛੋਟੀ, ਤਕੜੀ ਹੋਵੇ ਜਾਂ ਕਮਜ਼ੋਰ, ਦੌਲਤਮੰਦ ਹੋਵੇ ਜਾਂ ਨਿਰਧਨ, ਆਜ਼ਾਦੀ ਉਸ ਦਾ ਜਨਮ ਸਿੱਧ ਅਧਿਕਾਰ ਹੈ। ਇੱਕ ਕੌਮ ਹੋਣ ਦੇ ਨਾਤੇ ਹੀ ਉਹ ਇਸ ਅਧਿਕਾਰ ਦੀ ਹੱਕਦਾਰ ਹੁੰਦੀ ਹੈ। ਉਹ ਮੁੱਖ ਤੌਰ ਤੇ ਆਪਣੀ ਇਸ ਯੋਗਤਾ ਨੂੰ ਹੀ ਆਪਣੀ ਹੱਕ ਪ੍ਰਾਪਤੀ ਦਾ ਅਵਲ ਆਧਾਰ ਮਿਥਦੀ ਹੈ। ਇਸ ਯੋਗਤਾ ਦੇ ਮੁਕਾਬਲੇ ਬਾਕੀ ਯੋਗਤਾਵਾਂ ਤੁੱਛ ਅਹਿਮੀਅਤ ਰੱਖਦੀਆਂ ਹਨ। ਸਭ ਤੋਂ ਅਹਿਮ ਗੱਲ ਇਹ ਕਿ ਆਜ਼ਾਦੀ ਕੋਈ ਖੈਰਾਤ ਨਹੀਂ ਜਿਸ ਦੇ ਲਈ ਹਾਕਮ ਧਿਰ ਅੱਗੇ ਆਪਣੀ ਸੇਵਾ ਤੇ ਵਫਾਦਾਰੀ ਦੇ ਵਾਸਤੇ ਪਾਏ ਜਾਣ। ਆਜ਼ਾਦੀ ਇੱਕ ਅਧਿਕਾਰ ਹੈ ਅਤੇ ਅਧਿਕਾਰ ਮੰਗਣ ਦੀ ਇੱਕ ਆਪਣੀ ਹੀ ਮਰਿਆਦਾ ਹੁੰਦੀ ਹੈ। ਅਧਿਕਾਰ ਨੂੰ ਭੀਖ ਦੇ ਲਹਿਜੇ ਵਿੱਚ ਮੰਗਣਾ ਅਧਿਕਾਰ ਦੀ ਤੌਹੀਨ ਕਰਨਾ ਹੈ। ਅਫਸੋਸ ਵਸ ਸਿੱਖ ਲੀਡਰਸ਼ਿਪ ਨੇ ਜਦ ਵੀ ਹਾਕਮ ਧਿਰ ਕੋਲੋਂ ਆਪਣੇ ਹੱਕਾਂ ਦੀ ਮੰਗ ਕੀਤੀ ਹੈ ਤਾਂ ਉਸਨੇ ਇੱਕ ਖੁਦਦਾਰ ਕੌਮ ਵਾਲੀ ਮੜਕ ਛੱਡ ਕੇ ਹਮੇਸ਼ਾ ਮੰਗਤਿਆਂ ਵਾਲੀ ਬੋਲੀ ਤੇ ਲਹਿਜਾ ਅਪਣਾਇਆ ਹੈ। ਕਾਰਨ ਇਹ ਕਿ 19ਵੀਂ ਸਦੀ ਦੇ ਸ਼ੁਰੂ ਵਿੱਚ ਜਦ ਮੁਗਲ ਸ਼ਾਹੀ ਵਿਰੁੱਧ ਲੰਮੀ ਤੇ ਸਿਦਕ ਭਰੀ ਜਦੋਜਹਿਦ ਤੋਂ ਬਾਅਦ ਸਿੱਖ ਰਾਜ ਹੋਂਦ ਵਿੱਚ ਆਇਆ ਤਾਂ ਸਿੱਖ ਭਾਈਚਾਰੇ ਦੀਆਂ ਉੱਪਰਲੀਆਂ ਪਰਤਾਂ ਅੰਦਰ ਸਿੱਖ ਚੇਤਨਾ ਬੁਰੀ ਤਰ੍ਹਾਂ ਕਮਜ਼ੋਰ ਪੈ ਗਈ। ਇਹ ਉੱਪਰਲੀਆਂ ਧਨਾੜ ਪਰਤਾਂ ਹੀ ਸਿੱਖ ਪੰਥ ਦਾ ਮੁਹਰੈਲ ਦਸਤਾ ਸਨ। ਇਹਨਾਂ ਪਰਤਾਂ ਦੀ ਸੋਚ ਤੇ ਆਚਾਰ ਵਿਹਾਰ ਸਮੁੱਚੇ ਸਿੱਖ ਭਾਈਚਾਰੇ ਉੱਤੇ ਆਪਣਾ ਅਸਰ ਛੱਡ ਰਿਹਾ ਸੀ। ਸਿੱਖ ਚੇਤਨਾ ਦੇ ਕਮਜ਼ੋਰ ਪੈ ਜਾਣ ਸਦਕਾ ਸਿੱਖ ਪੰਥ ਦੀਆਂ ਉੱਪਰਲੀਆਂ ਧਨਾੜ ਪਰਤਾਂ ਜਾਗੀਰੂ ਤੇ ਮੱਧਯੁਗੀ ਚੇਤਨਾ ਦੇ ਅਸਰ ਤੋਂ ਮੁਕਤ ਨਾ ਹੋ ਸਕੀਆਂ। ਇਸ ਨਾਲ ਸਿੱਖ ਭਾਈਚਾਰੇ ਅੰਦਰ ਕੌਮੀ ਚੇਤਨਾ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਗਹਿਰਾ ਧੱਕਾ ਲੱਗਾ। ਸਿੱਟੇ ਵਜੋਂ ਪੰਜਾਬ ਅੰਦਰ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਬਾਅਦ ਸਿੱਖ ਐਲੀਟ ਵਰਗ ਨੇ ਰਾਜ ਸ਼ਕਤੀ ਨਾਲ ਆਪਣੇ ਰਿਸ਼ਤੇ ਨੂੰ ਮੁੱਖ ਤੌਰ ਤੇ ਜਾਗੀਰੂ ਮਾਨਤਾਵਾਂ ਦੀਆਂ ਬੁਨਿਆਦਾਂ ਤੇ ਉਸਾਰਿਆ।
ਉਹਨਾਂ ਨੇ ਰਾਜ ਸ਼ਕਤੀ ਨਾਲ ਆਪਣਾ ਰਾਬਤਾ ਗੰਢਣ, ਉਸ ਦੀ ਮੁਕੰਮਲ ਅਧੀਨਗੀ ਕਬੂਲ ਕਰਦਿਆਂ ਹੋਇਆਂ ਉਸ ਨੂੰ ਆਪਣੀਆਂ ਸੇਵਾਵਾਂ ਅਰਪਿਤ ਕਰਨ ਅਤੇ ਇਹਨਾਂ ਬਦਲੇ ਆਪਣੇ ਲਈ ਤੇ ਨਾਲ ਹੀ ਆਪਣੇ ਭਾਈਚਾਰੇ ਲਈ ਵੀ ਉਚੇਚੀਆਂ ਰਿਆਇਤਾਂ ਹਾਸਲ ਕਰਨ ਦੇ ਮੱਧਯੁਗੀ ਦਸਤੂਰ ਦੀ ਸੰਕੋਚ ਪਾਲਣਾ ਕਰਨ ਦਾ ਰਾਹ ਅਪਣਾਇਆ। ਸਿੱਖ ਐਲੀਟ ਵਰਗ ਦਾ ਇਹ ਅਮਲ ਗੁਰੂ ਸਾਹਿਬਾਨ ਦੀ ਇਨਕਲਾਬੀ ਵਿਚਾਰਧਾਰਾ ਤੇ ਜੀਵਨ ਅਭਿਆਸ ਦਾ ਖੁੱਲ੍ਹਮ ਖੁੱਲ੍ਹਾ ਨਿਖੇਧ ਸੀ। ਇਸ ਅਮਲ ਨੇ ਸਿੱਖ ਪੰਥ ਅੰਦਰ ਕੌਮੀ ਸੋਝੀ ਦੇ ਵਿਕਾਸ ਨੂੰ ਗਹਿਰਾ ਧੱਕਾ ਲਾਇਆ। ਸਿੱਟੇ ਵਜੋਂ ਕੌਮੀ ਚੇਤਨਾ ਦੇ ਵਿਕਾਸ ਪੱਖੋਂ ਸਿੱਖ ਭਾਈਚਾਰਾ ਆਪਣੇ ਹੋਰਨਾਂ ਸਖੇ ਜਾਂ ਸ਼ਰੀਕ ਭਾਈਚਾਰਿਆਂ ਹਿੰਦੂਆਂ ਤੇ ਮੁਸਲਮਾਨਾਂ ਨਾਲੋਂ ਫਾਡੀ ਰਹਿ ਗਿਆ, ਫਾਡੀ ਭਾਵ ਪਿਛਾਂਹ ਰਹਿ ਗਿਆ। ਅਖੀਰ ਤੇ 20ਵੀਂ ਸਦੀ ਦੇ ਦੂਜੇ ਤੇ ਤੀਜੇ ਦਹਾਕੇ ਦੌਰਾਨ ਸਿੱਖ ਵਰਗ ਦੀਆਂ ਪੜ੍ਹੀਆਂ ਲਿਖੀਆਂ ਦਰਮਿਆਨੀਆਂ ਪਰਤਾਂ 'ਚੋਂ ਜੋ ਨਵੀਂ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਈ, ਉਹ ਵੀ ਇਸ ਪਰੰਪਰਾ ਨਾਲੋਂ ਪੂਰਨ ਰੂਪ ਵਿੱਚ ਤੋੜ ਵਿਛੋੜਾ ਕਰਨ 'ਚ ਸਫਲ ਨਹੀਂ ਹੋਈ। ਕੌਮੀ ਚੇਤਨਾ ਦੀ ਇਹ ਘਾਟ ਹੀ ਸੀ ਜਿਸ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਅੱਡ-ਅੱਡ ਪੜਾਵਾਂ ਤੇ ਖਾਸ ਕਰਕੇ 1947 ਵਿੱਚ ਸਿੱਖ ਲੀਡਰਸ਼ਿਪ ਨੂੰ ਰਾਜਸੀ ਤੌਰ ਤੇ ਅਪਾਹਜ ਅਵਸਥਾ ਵਿੱਚ ਸੁੱਟ ਦਿੱਤਾ। ਜੇਕਰ ਸਿੱਖ ਕੌਮ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੌਰਾਨ ਇੰਨੀਆਂ ਭਾਰੀ ਕੁਰਬਾਨੀਆਂ ਦੇ ਬਾਵਜੂਦ ਪ੍ਰਾਪਤੀਆਂ ਦੇ ਮਾਮਲੇ 'ਚ ਦੂਸਰੇ ਦੋਨੋਂ ਭਾਈਚਾਰਿਆਂ ਭਾਵ ਹਿੰਦੂ ਤੇ ਮੁਸਲਮਾਨਾਂ ਨਾਲੋਂ ਬੁਰੀ ਤਰ੍ਹਾਂ ਪਿੱਛੇ ਰਹਿ ਗਈ, ਤਾਂ ਇਸ ਵਿੱਚ ਦੋਸ਼ ਦੂਸਰੇ ਭਾਈਚਾਰਿਆਂ ਦਾ ਨਹੀਂ, ਸਗੋਂ ਸਿੱਖ ਲੀਡਰਸ਼ਿਪ ਵੱਲੋਂ ਅਪਣਾਈ ਵਿਚਾਰਧਾਰਕ ਤੇ ਰਾਜਸੀ ਸੇਧ ਦਾ ਹੈ। ਇੱਥੇ ਕੁਰਬਾਨੀਆਂ ਬਾਰੇ ਸਿੱਖ ਲੀਡਰਸ਼ਿਪ ਵੱਲੋਂ ਸਵੈ ਸਿਰਜੇ ਮਿੱਥ ਨੂੰ ਵੀ ਥੋੜ੍ਹੀ ਪੜਚੋਲਵੀਂ ਦ੍ਰਿਸ਼ਟੀ ਤੋਂ ਦੇਖਣ ਦੀ ਲੋੜ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਸਿੱਖ ਕੌਮ ਨੇ ਹੋਰਨਾਂ ਵਰਗਾਂ ਦੀ ਤੁਲਨਾ 'ਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਸਿੱਖ ਆਗੂਆਂ ਵੱਲੋਂ ਦੇਸ਼ ਨੂੰ ਇੱਕ ਸਿੱਖ ਕੌਮ ਦੀ ਇਸ ਵੱਡੀ ਦੇਣ ਦਾ ਜ਼ਿਕਰ ਫਖਰ ਭਰੇ ਲਹਿਜੇ 'ਚ ਕੀਤਾ ਜਾਂਦਾ ਹੈ ਅਤੇ ਇਸ ਦੀ ਵਰਤੋਂ ਕਦੇ ਹਿੰਦੂ ਹਾਕਮਾਂ ਨੂੰ ਮਿਹਣੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਅਤੇ ਕਦੇ ਇਹਨਾਂ ਕੁਰਬਾਨੀਆਂ ਦੇ ਇਵਜ਼ਾਨੇ ਵਜੋਂ ਹੱਕਾਂ ਦੀ ਖੈਰ ਮੰਗਣ ਲਈ ਕੀਤੀ ਜਾਂਦੀ ਹੈ। ਕੁਰਬਾਨੀਆਂ ਦਾ ਤੇ ਰਾਜਸੀ ਸੋਝੀ ਦਾ ਸੰਬੰਧ ਸਿੱਧਮ ਸਿੱਧਾ ਨਹੀਂ ਹੁੰਦਾ। ਵੱਧ ਕੁਰਬਾਨੀਆਂ ਦੇਣ ਦਾ ਮਤਲਬ ਲਾਜ਼ਮੀ ਤੌਰ ਤੇ ਵੱਧ ਸਿਆਣੇ ਹੋਣਾ ਨਹੀਂ। ਆਪਣੀ ਲਿਆਕਤ ਤੇ ਖੂਬੀਆਂ ਨੂੰ ਕੁਰਬਾਨੀਆਂ ਦੇ ਗਜ਼ਾਂ ਨਾਲ ਮਿਣਨਾ ਪਛੜੀ ਬੌਧਿਕ ਚੇਤਨਾ ਦਾ ਪ੍ਰਗਟਾਵਾ ਹੈ। ਅਸਲ ਵਿੱਚ ਕੌਮੀ ਚੇਤਨਾ ਦੇ ਵਿਕਾਸ ਨਾਲ ਕੁਰਬਾਨੀਆਂ ਬਾਰੇ ਨਵਾਂ ਦ੍ਰਿਸ਼ਟੀਕੋਣ ਵਿਕਸਿਤ ਹੁੰਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਖੁਦਦਾਰ ਕੌਮ ਨੂੰ ਸਵੈ ਮਾਣ ਦੀ ਜ਼ਿੰਦਗੀ ਜਿਉਣ ਲਈ ਕੁਰਬਾਨੀਆਂ ਦਾ ਅਮਲ ਲਾਜ਼ਮੀ ਹੰਢਾਉਣਾ ਪੈਂਦਾ ਹੈ। ਇਸ ਤੱਥ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਿੱਖ ਕੌਮ ਦਾ ਇਤਿਹਾਸ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਗੌਰਵਸ਼ਾਲੀ ਸੰਘਰਸ਼ਾਂ ਤੇ ਕੁਰਬਾਨੀਆਂ ਦਾ ਇਤਿਹਾਸ ਹੈ। ਇਹ ਗੱਲ ਸਿੱਖ ਕੌਮ ਦੇ ਜੁਝਾਰੂ ਖਾਸੇ ਨੂੰ ਪ੍ਰਗਟ ਕਰਦੀ ਹੈ, ਪਰ ਕੀ ਸਿਰਫ ਇੰਨੀ ਗੱਲ ਹੀ ਕਾਫੀ ਹੈ ਕਿ ਜੁਝਾਰੂ ਜਾਂ ਲੜਾਕਾ ਜਾਂ ਜਾਂਬਾਜ਼ ਹੋਣਾ ਹੀ ਸਭ ਕੁਝ ਹੈ? ਲੜਨਾ ਆਪਣੇ ਆਪ 'ਚ ਕੋਈ ਖੂਬੀ ਨਹੀਂ, ਜਾਨ ਦੇ ਦੇਣੀ ਆਪਣੇ ਆਪ 'ਚ ਕੋਈ ਮਾਰਕੇ ਦੀ ਗੱਲ ਨਹੀਂ। ਵੱਧ ਅਹਿਮ ਗੱਲ ਇਹ ਹੈ ਕਿ ਲੜਿਆ ਕਿਸ ਪੈਂਤੜੇ ਤੋਂ ਜਾ ਰਿਹਾ ਹੈ, ਜਾਨਾਂ ਕਿਸ ਉਦੇਸ਼ ਲਈ ਵਾਰੀਆਂ ਜਾ ਰਹੀਆਂ ਹਨ। ਆਪਣੇ ਹੱਕਾਂ ਅਤੇ ਹਿੱਤਾਂ ਬਾਰੇ ਜਾਗਰੂਕ ਹੋ ਕੇ ਲੜਨਾ ਹੋਰ ਗੱਲ ਹੈ ਤੇ ਆਪਣੇ ਹਿੱਤਾਂ ਦੀ ਸੋਝੀ ਤੋਂ ਬਗੈਰ ਗਲਤ ਪੈਂਤੜੇ ਤੋਂ ਲੜਨਾ ਹੋਰ ਗੱਲ ਹੈ। ਹੱਕੀ ਲੜਾਈ ਵਿੱਚ ਜਾਨਾਂ ਨਿਛਾਵਰ ਕਰਨੀਆਂ ਹੋਰ ਗੱਲ ਹੈ, ਨਿਹੱਕੀ ਲੜਾਈ ਵਿੱਚ ਜਾਨਾਂ ਵਾਲਣੀਆਂ ਜਾਂ ਗਾਲਣੀਆਂ ਹੋਰ ਗੱਲ ਹੈ। ਸਿੱਖ ਆਗੂਆਂ ਜਦ ਅਜੋਕੇ ਪ੍ਰਸੰਗ ਵਿੱਚ ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਗੱਲ ਕਰਦੇ ਹਨ ਤਾਂ ਉਹ ਠੀਕ ਤੇ ਗਲਤ ਦਾ ਨਿਖੇੜਾ ਨਹੀਂ ਕਰਦੇ। ਕਾਰਨ ਇਹ ਕਿ ਉਹ ਕੁਰਬਾਨੀਆਂ ਪ੍ਰਤੀ ਗਲਤ ਨਜ਼ਰੀਏ ਦੀ ਪਰੰਪਰਾ ਨਾਲੋਂ ਟੁੱਟੇ ਨਹੀਂ। ਉਹ ਵੀ ਸਿੱਖ ਕੌਮੀ ਚੇਤਨਾ ਤੋਂ ਉਨੇ ਹੀ ਕੋਰੇ ਹਨ ਜਿੰਨੇ ਉਹਨਾਂ ਤੋਂ ਪੂਰਬਲੇ ਆਗੂ ਸਨ। ਜਿਨ੍ਹਾਂ ਕੁਰਬਾਨੀਆਂ ਨੂੰ ਸਿੱਖ ਆਗੂਆਂ ਵੱਲੋਂ ਥੋਕ ਰੂਪ ਵਿੱਚ ਪੰਥ ਦੀ ਕਮਾਈ ਦੇ ਖਾਨੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ,
ਉਹਨਾਂ ਵਿੱਚੋਂ ਸਿੱਖ ਕੌਮ ਦੀ ਰਾਜਸੀ ਚੇਤਨਾ ਤੇ ਭੂਮਿਕਾ ਦਾ ਬਹੁਤ ਹੀ ਅਜੀਬੋ ਗਰੀਬ ਖਾਕਾ ਉੱਭਰਦਾ ਹੈ। ਇੱਕ ਕੁਰਬਾਨੀਆਂ ਉਹ ਹਨ ਜਿਹੜੀਆਂ ਸਿੱਖਾਂ ਨੇ ਬਰਤਾਨਵੀ ਹਕੂਮਤ ਦੀ ਸੇਵਾ ਨਿਭਾਉਂਦਿਆਂ ਕੀਤੀਆਂ। ਬਰਤਾਨਵੀ ਰਾਜ ਹੇਠ ਫੌਜ ਵਿੱਚ ਨੌਕਰੀ ਕਰਦਿਆਂ ਦੇਸ਼ ਅੰਦਰ ਤੇ ਦੇਸ਼ ਤੋਂ ਬਾਹਰ ਜੰਗ ਦੇ ਮੋਰਚਿਆਂ ਤੇ ਅਨੇਕਾਂ ਸਿੱਖ ਜਵਾਨ ਤੋਪਾਂ ਨਾਲ ਜਾਂ ਤੋਪਾਂ ਦਾ ਖਾਜਾ ਬਣੇ। ਫੌਜ ਤੇ ਪੁਲਿਸ ਵਿੱਚ ਨੌਕਰੀ ਕਰਦਿਆਂ ਹੋਇਆਂ ਅਨੇਕਾਂ ਸਿੱਖਾਂ ਨੇ ਦੇਸ਼ ਦੇ ਅੱਡ-ਅੱਡ ਹਿੱਸਿਆਂ ਅੰਦਰ ਭਾਰਤੀ ਲੋਕਾਂ ਦੇ ਬਰਤਾਨਵੀ ਹਕੂਮਤ ਵਿਰੁੱਧ ਸੰਘਰਸ਼ ਨੂੰ ਜਿਨ੍ਹਾਂ ਵਿੱਚ ਸਿੱਖ ਪੰਥ ਦੇ ਆਪਣੇ ਸੰਘਰਸ਼ ਵੀ ਸ਼ਾਮਲ ਹਨ, ਕੁਚਲਣ ਦੀਆਂ ਕਾਰਵਾਈਆਂ ਵਿੱਚ ਆਪਣੀਆਂ ਜਾਨਾਂ ਗਾਲ ਦਿੱਤੀਆਂ। ਜਦ ਸਿੱਖ ਆਗੂ ਬਰਤਾਨਵੀ ਹਾਕਮਾਂ ਨਾਲ ਗੱਲ ਕਰਦੇ ਸਨ ਤਾਂ ਉਹ ਸਿੱਖ ਕੌਮ ਦੀਆਂ ਇਹਨਾਂ ਕੁਰਬਾਨੀਆਂ ਤੇ ਸੇਵਾਵਾਂ ਦੇ ਹਵਾਲੇ ਦੇ ਕੇ ਇਹਨਾਂ ਦਾ ਮੁੱਲ ਮੰਗਦੇ ਸਨ। ਇਸ ਦੇ ਉਲਟ ਉਹ ਕੁਰਬਾਨੀਆਂ ਵੀ ਹਨ ਜੋ ਸਿੱਖਾਂ ਨੇ ਬਰਤਾਨਵੀ ਹਾਕਮਾਂ ਵਿਰੁੱਧ ਸੰਘਰਸ਼ ਦੌਰਾਨ ਕੀਤੀਆਂ। ਇਹਨਾਂ ਕੁਰਬਾਨੀਆਂ ਬਾਰੇ ਸੋਚਣ ਵਾਲੀ ਅਹਿਮ ਗੱਲ ਇਹ ਹੈ ਕਿ ਸਿੱਖ ਕੌਮ ਦੇ ਹਿੱਤਾਂ ਤੋਂ ਦੇਖਿਆਂ ਇਹ ਕੁਰਬਾਨੀਆਂ ਕਿਸ ਰਾਜਸੀ ਸੋਚ ਅਧੀਨ ਅਤੇ ਕਿਸ ਮੰਤਵ ਲਈ ਦਿੱਤੀਆਂ ਗਈਆਂ। ਅਸੀਂ ਦੇਖ ਆਏ ਹਾਂ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਸਿੱਖ ਲੀਡਰਸ਼ਿਪ ਸਿੱਖ ਕੌਮ ਦੇ ਹੱਕਾਂ ਨੂੰ ਪ੍ਰਮੁੱਖ ਰੱਖ ਕੇ ਲੜਾਈ ਦਾ ਰੁਖ ਤੇ ਪੈਂਤੜਾ ਨਿਰਧਾਰਤ ਕਰਨ ਵਿੱਚ ਅਯੋਗ ਸਾਬਤ ਹੁੰਦੀ ਰਹੀ ਹੈ। ਆਮ ਤੌਰ ਤੇ ਕਾਂਗਰਸੀ ਹਾਕਮਾਂ ਦੀ ਪਿੱਛ ਲੱਗ ਬਣ ਕੇ ਚੱਲਦੀ ਰਹੀ। ਹਿੰਦੂ ਹਾਕਮਾਂ ਨਾਲ ਗੱਲ ਕਰਨ ਮੌਕੇ ਤਾਂ ਸਿੱਖ ਆਗੂ ਇਹ ਗੱਲ ਕਹਿ ਸਕਦੇ ਹਨ ਅਤੇ ਕਹਿੰਦੇ ਵੀ ਹਨ ਕਿ ਸਿੱਖਾਂ ਨੇ ਇਹ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ। ਪਰ ਜੇ ਕੋਈ ਪੁੱਛੇ ਕਿ ਸਿੱਖ ਕੌਮ ਨੇ ਆਪਣੀਆਂ ਕੁਰਬਾਨੀਆਂ ਨਾਲ ਦੇਸ਼ ਤਾਂ ਆਜ਼ਾਦ ਕਰਵਾ ਲਿਆ, ਪਰ ਉਹ ਆਪਣਾ ਕੀ ਬਣਾਇਆ? ਸਿੱਖ ਆਗੂਆਂ ਕੋਲ ਹਿੰਦੂ ਹਾਕਮਾਂ ਨੂੰ ਉਲਾਂਭਾ ਦੇਣ ਤੋਂ ਇਲਾਵਾ ਇਸ ਦਾ ਹੋਰ ਕੋਈ ਜਵਾਬ ਨਹੀਂ। ਪਰ ਹਿੰਦੂ ਹਾਕਮਾਂ ਨੂੰ ਉਲਾਂਭਾ ਕਾਹਦਾ? ਸਿੱਖ ਕੌਮ ਦੇ ਹਿੱਤਾਂ ਦੀ ਚਿੰਤਾ ਖੁਦ ਸਿੱਖ ਆਗੂਆਂ ਨੂੰ ਹੀ ਹੋਣੀ ਚਾਹੀਦੀ ਸੀ। ਹਿੰਦੂ ਆਗੂਆਂ ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ ਹੀ ਕਿੰਨੇ ਮੌਕਿਆਂ ਤੇ ਆਪਣੇ ਇਰਾਦੇ ਤੇ ਨੀਤਾਂ ਸਾਫ਼ ਪ੍ਰਗਟ ਕੀਤੀਆਂ ਸਨ। ਜੇਕਰ ਸਿੱਖ ਆਗੂਆਂ ਦੀ ਰਾਜਸੀ ਸੋਝੀ ਦਾ ਇਹ ਹਾਲ ਸੀ ਕਿ ਉਹਨਾਂ ਨੂੰ ਹਿੰਦੂ ਆਗੂਆਂ ਦੀ ਇਹ ਰਾਜਸੀ ਪੈਂਤੜੇਬਾਜ਼ੀ ਸਮਝ ਨਹੀਂ ਆਈ, ਤਾਂ ਆਪਣੀ ਇਸ ਰਾਜਨੀਤਿਕ ਅਯੋਗਤਾ ਦਾ ਭਾਂਡਾ ਹਿੰਦੂ ਆਗੂਆਂ ਸਿਰ ਭੰਨਣਾ ਕਿੰਨਾ ਕੁ ਵਾਜਬ ਹੈ। ਪਿਛਲੇ ਕੁਝ ਸਮੇਂ ਤੋਂ, ਖਾਸ ਕਰਕੇ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸਿੱਖ ਬੁੱਧੀਜੀਵੀ ਵਰਗ ਦੇ ਕਾਫੀ ਹਿੱਸੇ ਵਿੱਚ ਗੱਲ ਪ੍ਰਵਾਨ ਕਰਨ ਲੱਗ ਪਏ ਹਨ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਹਿੰਦੂ ਆਗੂਆਂ ਨੇ ਸਿੱਖਾਂ ਦਾ ਆਪਣੇ ਰਾਜਸੀ ਹਿੱਤਾਂ ਲਈ ਇਸਤੇਮਾਲ ਕੀਤਾ। ਪਰ ਕਿਸੇ ਨੂੰ ਇਸਤੇਮਾਲ ਕਰਨਾ ਤੇ ਕਿਸੇ ਦੇ ਹੱਥੋਂ ਇਸਤੇਮਾਲ ਹੋ ਜਾਣਾ ਇੱਕੋ ਕਰਮ ਦੇ ਦੋ ਜੁੜਵੇਂ ਪਹਿਲੂ ਹਨ। ਜੇ ਇੱਕ ਬਦ ਦਯਾਨਤਦਾਰੀ ਦਾ ਦੋਸ਼ੀ ਹੈ ਤਾਂ ਦੂਜਾ ਬਰਾਬਰ ਅਗਿਆਨਤਾ ਦਾ ਭਾਗੀ ਹੈ। ਸਿੱਖ ਆਗੂ ਹਿੰਦੂ ਹਾਕਮਾਂ ਨੂੰ ਤਾਂ ਬੇਈਮਾਨ ਤੇ ਅਹਿਸਾਨ ਫਰਾਮੋਸ਼ ਸਾਬਤ ਕਰ ਸਕਦੇ ਹਨ, ਪਰ ਉਹ ਆਪ ਅਗਿਆਨਤਾ ਦੇ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੇ। ਹਿੰਦੂ ਹਾਕਮਾਂ ਨੂੰ ਉਲਾਂਭੇ ਦੇਣ ਦਾ ਕੰਮ ਬਹੁਤ ਹੋ ਚੁੱਕਾ ਹੈ। ਹੁਣ ਲੋੜ ਇਸ ਤੋਂ ਲਾਹੇਵੰਦੇ ਸਬਕ ਸਿੱਖਣ ਦੀ ਹੈ। ਪਰ ਇਹੀ ਕੰਮ ਹੈ ਜੋ ਸਿੱਖ ਕੌਮ ਦੇ ਰਾਜਸੀ ਤੇ ਬੌਧਿਕ ਆਗੂ ਨਹੀਂ ਕਰ ਸਕੇ। ਜਿੰਨਾ ਚਿਰ ਉਹ ਸਿੱਖ ਕੌਮ ਦੇ ਮਸਲੇ ਪ੍ਰਤੀ ਆਪਣੇ ਨਜ਼ਰੀਏ ਅੰਦਰ ਬੁਨਿਆਦੀ ਤਬਦੀਲੀ ਨਹੀਂ ਲਿਆਉਂਦੇ, ਉਹਨਾਂ ਚਿਰ ਉਹ ਵਾਰ-ਵਾਰ ਹਿੰਦੂ ਆਗੂਆਂ ਹੱਥੋਂ ਇਸਤੇਮਾਲ ਹੋਣ ਦਾ ਸ਼ਰਾਪ ਭੋਗਦੇ ਰਹਿਣਗੇ। ਇਹ ਉਹਨਾਂ ਦੀ ਹੋਣੀ ਹੈ, ਪਰ ਉਹਨਾਂ ਦੀ ਇਹ ਹੋਣੀ ਸਿੱਖ ਕੌਮ ਦੀ ਮੰਦ ਹੋਣੀ ਨਾ ਬਣੇ। ਇਹ ਸਭਨਾ ਸੁਹਿਰਦ ਸਿੱਖ ਬੁੱਧੀਜੀਵੀਆਂ ਦਾ ਸਾਂਝਾ ਫਿਕਰ ਬਣਨਾ ਚਾਹੀਦਾ ਹੈ। ਗੱਲ ਦੇਸ਼ ਨੂੰ ਆਜ਼ਾਦ ਕਰਾਉਣ ਤੇ ਹੀ ਨਹੀਂ ਰੁਕ ਗਈ। ਦੇਸ਼ ਦੀ ਆਜ਼ਾਦੀ ਦੀ, ਇਹ ਦੇਸ਼ ਦੀ ਸੁਰੱਖਿਆ ਦੀ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਦਾ ਜ਼ਿੰਮਾ ਵੀ ਸਿੱਖ ਕੌਮ ਨੇ ਆਪਣੇ ਉੱਤੇ ਲੈ ਲਿਆ। ਸਿੱਖ ਲੀਡਰਸ਼ਿਪ ਨੇ ਇਹ ਸੋਚਣ ਦਾ ਕਦੇ ਯਤਨ ਨਹੀਂ ਕੀਤਾ ਕਿ ਦੇਸ਼ ਦੀ ਆਜ਼ਾਦੀ ਨੂੰ, ਇਸ ਦੀ ਸੁਰੱਖਿਆ ਨੂੰ ਤੇ ਇਸ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਕਿਸ ਵੱਲੋਂ ਹੈ।
ਤੇ ਇਹਨਾਂ ਖਤਰਿਆਂ ਤੋਂ ਦੇਸ਼ ਦੀ ਰੱਖਿਆ ਨਾਲ ਸਿੱਖ ਕੌਮ ਦੇ ਹਿੱਤਾਂ ਨੂੰ ਕੀ ਅਤੇ ਕਿਵੇਂ ਫਾਇਦਾ ਪਹੁੰਚੇਗਾ। ਅੱਜ ਦੇ ਇਸ ਭਾਗ ਵਿੱਚ ਇੰਨਾ ਹੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।